ਸ਼੍ਰੀ ਅਕਾਲ ABP ਸਾਂਝਾ ਤੇ ਪ੍ਰੋਗਰਾਮ ਕੈਨੇਡਾ ਕਨੈਕਸ਼ਨ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਨੇਦੀ ਭਾਰਤੀ। ਸ਼ੁਰੂਆਤ ਕਰਨ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਹੈਡਲਾਈਨਸ ਤੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵੈਂਕੂਵਰ ਦੇ ਮੇਅਰ ਦਰਮਿਆਨ ਹੋਈ ਮੀਟਿੰਗ। ਹਾਊਸਿੰਗ ਅਤੇ ਡਰੱਗਸ ਦੇ ਮੁੱਦੇ ਤੇ ਹੋਈ ਚਰਚਾ। ਹਫ਼ਤੇ ਦੀ ਸ਼ੁਰੂਆਤ ਵਿੱਚ ਕਿਊਬਾ ਦੇ ਵਿਦੇਸ਼ ਮੰਤਰੀ ਦੇ ਨਾਲ ਮੁਲਾਕਾਤ ਤੋਂ ਬਾਅਦ ਕ੍ਰਿਸਟੀਆ ਫਰੀਲੈਂਡ ਦਾ ਆਇਆ ਬਿਆਨ। ਕਿਹਾ ਕੈਨੇਡੀਅਨਸ ਦੀ ਰਿਹਾਈ ਦਾ ਮੁੱਦਾ ਕਿਊਬਾ ਅੱਗੇ ਚੁੱਕਿਆ। वर्ल्ड कप ਦੀ ਓਪਨਿੰਗ ਗੇਮ ਵਿੱਚ ਕੈਨੇਡਾ ਨੂੰ ਕਰਨਾ ਪਿਆ ਹਾਰ ਦਾ ਸਾਹਮਣਾ। ਟੋਕੀਓ ਓਲੰਪਿਕ ਦੀ ਸਿੱਧੀ ਟਿਕਟ ਕਟਾਉਣ ਦਾ ਪਹਿਲਾ ਮੌਕਾ ਖੁੰਝਿਆ। ਬ੍ਰਾਂਪਟਨ ਵੈਸਟ ਤੋਂ ਉਮੀਦਵਾਰ ਮੁਰਾਰੀ ਲਾਲ ਥਪਲਿਆਲ ਦੇ ਚੋਣ ਦਫ਼ਤਰ ਦਾ ਉਦਘਾਟਨ। ਕੰਜ਼ਰਵੇਟਿਵ ਪਾਰਟੀ ਦੇ ਕੈਂਡੀਡੇਟ ਹਨ ਥਪਲਿਆਲ। ਕੰਜ਼ਰਵੇਟਿਵ ਪਾਰਟੀ ਦੇ MP ਅਮਰਜੋਤ ਸੰਧੂ ਵੱਲੋਂ ਆਪਣੇ ਪਹਿਲੇ ਬਾਰਬੀਕਿਊ ਦਾ ਆਯੋਜਨ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੀ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਰਹੇ ਹਾਜ਼ਰ। ਅਤੇ ਇਹਨਾਂ ਸਰਗਰਮੀਆਂ ਨੂੰ ਵੇਖ ਲੈਂਦੇ ਹਾਂ ਵਿਸਥਾਰ ਦੇ ਵਿੱਚ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੈਂਕੂਵਰ ਦੇ ਮੇਅਰ ਦੇ ਨਾਲ ਮੁਲਾਕਾਤ ਕੀਤੀ ਗਈ, ਜਿੱਥੇ ਦੋਵਾਂ ਨੇਤਾਵਾਂ ਵੱਲੋਂ ਹਾਊਸਿੰਗ ਅਤੇ ਡਰੱਗਸ ਵਰਗੇ ਅਹਿਮ ਮੁੱਦਿਆਂ ਤੇ ਗੱਲਬਾਤ ਕੀਤੀ ਗਈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੈਂਕੂਵਰ ਦੇ ਮੇਅਰ ਕੈਨੇਡੀ ਸਟੀਵਰਟ ਦੇ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਦੋਵਾਂ ਲੀਡਰਾਂ ਵੱਲੋਂ ਹਾਊਸਿੰਗ ਅਤੇ ਸਥਾਨਕ ਸਬਵੇ ਲਾਈਨ ਦੇ ਵਿਸਥਾਰ ਬਾਰੇ ਗੱਲਬਾਤ ਕੀਤੀ ਗਈ, ਜਿੱਥੇ ਮੇਅਰ ਵੱਲੋਂ ਪਿਛਲੇ ਮਹੀਨੇ ਹਾਊਸਿੰਗ ਸਮੱਸਿਆ ਦੇ ਹੱਲ ਲਈ ਫੈਡਰਲ ਸਰਕਾਰ ਵੱਲੋਂ ਐਲਾਨੀ $184 ਮਿਲੀਅਨ ਦੀ ਇਨਵੈਸਟਮੈਂਟ ਦਾ ਜ਼ਿਕਰ ਵੀ ਵਿਸ਼ੇਸ਼ ਤੌਰ ਤੇ ਕੀਤਾ ਗਿਆ। ਉਹਨਾਂ ਆਖਿਆ ਕਿ ਡਰੱਗ ਓਵਰਡੋਜ਼ ਦੀ ਸਮੱਸਿਆ ਦੇ ਹੱਲ ਲਈ ਫੈਡਰਲ ਸਰਕਾਰ ਸਹਾਇਤਾ ਕਰ ਰਹੀ ਹੈ। Just wanted to thank the Prime Minister for all his work on the housing crisis here, including a record $184 million investment announced earlier this month, as well as his government's work on the overdose crisis. ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਉਹਨਾਂ ਦੀ ਸਰਕਾਰ ਵੱਲੋਂ ਡਰੱਗ ਦੀ ਸਮੱਸਿਆ ਦੇ ਨਾਲ ਨਜਿੱਠਣ ਲਈ ਸਹੀ ਦਿਸ਼ਾ ਵਿੱਚ ਕਦਮ ਚੁੱਕੇ ਜਾ ਰਹੇ ਨੇ। ਟਰੂਡੋ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਵੱਲੋਂ ਇਨਫਰਾਸਟ੍ਰਕਚਰ ਬਿਹਤਰ ਬਣਾਉਣ ਦੇ ਲਈ ਬਹੁਤ ਇਨਵੈਸਟਮੈਂਟ ਕੀਤੀ ਗਈ ਹੈ। We have made significant investments in a broad array of things, whether it's frontline responders support, whether it's changes on pharmaceutical regulations and support for doctors and hospitals, whether it's challenges at the border, whether it's working on harm reduction and safe consumption sites, whether it's working with international partners. There's a huge range of things we've done, but again, we recognize there's more to do, and that's why we're pledging to continue to work hard together on that. And finally, on transit, well, 4 years ago we were a government that made a different choice than our opponents. We chose to invest, and that's what we've done over the past 4 years. And the record investments in transit and in infrastructure right across the city, right across the province, right across the country is an example of a country that is confident in its own future and willing to invest in that future. So I'm very excited about the extension of the Millennium Line that we're going to keep talking about, very excited about the initiatives we've put forward. The federal government will always be a partner there to invest in the future of Vancouver, in the future of BC. ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੈਂਕੂਵਰ ਦੇ ਵਿਕਾਸ ਲਈ ਅਤੇ तमाम ਸਮੱਸਿਆਵਾਂ ਦੇ ਹੱਲ ਲਈ ਠੋਸ ਕਦਮ ਚੁੱਕਣ ਦੀ ਗੱਲ ਆਖੀ ਗਈ ਹੈ। ਹਫ਼ਤੇ ਦੀ ਸ਼ੁਰੂਆਤ ਵਿੱਚ ਕਿਊਬਾ ਦੇ ਵਿਦੇਸ਼ ਮੰਤਰੀ ਦੇ ਨਾਲ ਮੁਲਾਕਾਤ ਤੋਂ ਬਾਅਦ ਕ੍ਰਿਸਟੀਆ ਫਰੀਲੈਂਡ ਵੱਲੋਂ ਮੀਡੀਆ ਦੇ ਮੁਖਾਤਬ ਹੁੰਦਿਆਂ ਆਖਿਆ ਗਿਆ ਕਿ ਕੈਦੀ ਬਣਾਏ ਕੈਨੇਡੀਅਨਸ ਦਾ ਮੁੱਦਾ ਆਪਣੇ ਹਮਰੁਤਬਾ ਅੱਗੇ ਉਹਨਾਂ ਨੇ ਚੁੱਕਿਆ ਹੈ। ਦੁਨੀਆ ਦੇ ਕਈ ਮੁਲਕਾਂ ਵਿੱਚ ਕੈਨੇਡੀਅਨ ਨਾਗਰਿਕਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ। ਇਹ ਮਾਮਲਾ ਇਸ ਵਾਰ ਦੀਆਂ ਫੈਡਰਲ ਚੋਣਾਂ ਵਿੱਚ ਵੀ ਵਿਰੋਧੀ ਪਾਰਟੀਆਂ ਵੱਲੋਂ ਚੁੱਕਿਆ ਜਾ ਰਿਹਾ ਹੈ। ਕਈ ਸਿਆਸਤਦਾਨਾਂ ਵੱਲੋਂ ਦੋਸ਼ ਵੀ ਲਗਾਏ ਗਏ ਨੇ ਕਿ ਫੈਡਰਲ ਸਰਕਾਰ ਅਤੇ ਵਿਦੇਸ਼ ਵਿਭਾਗ ਇਸ ਮਾਮਲੇ ਵਿੱਚ ਕੋਈ ਕਦਮ ਨਹੀਂ ਚੁੱਕ ਰਹੀ। ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਇਹਨਾਂ तमाम ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਗਿਆ। ਫਰੀਲੈਂਡ ਨੇ ਆਖਿਆ ਕਿ ਕਿਊਬਾ ਦੇ ਵਿਦੇਸ਼ ਮੰਤਰੀ ਦੇ ਨਾਲ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਹੋਈ ਮੁਲਾਕਾਤ ਦੌਰਾਨ ਨਜ਼ਰਬੰਦ ਕੀਤੇ ਕੈਨੇਡੀਅਨ ਬੈਂਜਾਮਿਨ ਟੋਮਲਿਨ ਦਾ ਮੁੱਦਾ ਉਹਨਾਂ ਦੁਆਰਾ ਚੁੱਕਿਆ ਗਿਆ। ਵਿਦੇਸ਼ ਮੰਤਰੀ ਨੇ ਕਿਹਾ ਕਿ ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਕੈਨੇਡੀਅਨ ਨਜ਼ਰਬੰਦ ਕੀਤੇ ਹੋਏ ਹਨ, ਜਿਨ੍ਹਾਂ ਦੀ ਰਿਹਾਈ ਦੇ ਲਈ ਸਰਕਾਰ ਕੋਸ਼ਿਸ਼ਾਂ ਕਰ ਰਹੀ ਹੈ। Very big part of my work, of the work of my political office, of the work of our diplomats around the world is providing consular support to detained Canadians around the world. Now, Canadians are detained for different reasons. Some Canadians are arbitrarily detained, as we discussed earlier. Some Canadians are political prisoners. Some Canadians find that they are accused of criminal acts. We always provide consular support. It's an important part of the work that we do, and it is, something that I consider to be a central part of my job,
Just yesterday, I met with one family in an issue nothing to do with Cuba, but a different consular issue. I have meetings really very, very often. And sadly, it is the consular issues, the issues of detained Canadians, are an issue which I and the Prime Minister, colleagues across cabinet, which we raise in almost every meeting that we have with another country. ਕਿਊਬਾ ਸਮੇਤ ਚੀਨ ਅਤੇ ਸਾਊਦੀ ਅਰਬ ਵਿੱਚ ਕੈਨੇਡੀਅਨ ਨਾਗਰਿਕਾਂ ਨੂੰ ਕੈਦ ਕਰਨ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਹੈ। ਇਹਨਾਂ ਦੀ ਰਿਹਾਈ ਦੇ ਲਈ ਫੈਡਰਲ ਸਰਕਾਰ ਕੋਸ਼ਿਸ਼ ਤਾਂ ਕਰ ਰਹੀ ਹੈ, ਪਰ ਕਾਮਯਾਬੀ ਕਦੋਂ ਮਿਲੇਗੀ ਸਭ ਨੂੰ ਇਸੇ ਦਾ ਇੰਤਜ਼ਾਰ ਹੈ। ਫੀਬਾ ਵਰਲਡ ਕੱਪ ਦੀ ਓਪਨਿੰਗ ਗੇਮ ਵਿੱਚ ਕੈਨੇਡਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਮੰਗਲਵਾਰ ਦਾ ਮੁਕਾਬਲਾ ਹਾਰਨ ਤੋਂ ਬਾਅਦ ਕੈਨੇਡਾ ਨੇ ਟੋਕੀਓ ਓਲੰਪਿਕ ਦੀ ਸਿੱਧੀ ਟਿਕਟ ਕਟਾਉਣ ਦਾ ਪਹਿਲਾ ਮੌਕਾ ਗੁਆ ਲਿਆ ਹੈ। ਫੀਬਾ ਵਰਲਡ ਕੱਪ ਦੀ ਓਪਨਿੰਗ ਗੇਮ ਕੈਨੇਡਾ ਨੇ ਚੌਥੇ ਕੁਆਟਰ ਵਿੱਚ ਆਸਟ੍ਰੇਲੀਆ ਨੂੰ ਗੁਆ ਦਿੱਤੀ, ਜਿਸ ਤੋਂ ਬਾਅਦ ਮੰਗਲਵਾਰ ਦਾ ਮੁਕਾਬਲਾ ਕੈਨੇਡਾ ਅਤੇ ਲਿਥੁਆਨੀਆ ਵਿਚਕਾਰ ਹੋਇਆ, ਜੋ ਕਿ 92-69 ਦੇ ਨਾਲ ਕੈਨੇਡਾ ਹਾਰ ਗਿਆ। ਜ਼ਿਕਰੇ ਖਾਸ ਹੈ ਕਿ ਬਾਸਕਟਬਾਲ ਦੇ ਇਹ ਮੁਕਾਬਲੇ 2020 ਟੋਕੀਓ ਓਲੰਪਿਕਸ ਦੇ ਲਈ ਕੁਆਲੀਫਾਇਰ ਹਨ। ਆਸਟ੍ਰੇਲੀਆ ਸਾਹਮਣੇ ਹਾਰ ਤੋਂ ਬਾਅਦ ਕੈਨੇਡਾ ਦੀ ਟੀਮ ਨੇ ਅਗਲੇ ਮੈਚ ਤੋਂ ਉਮੀਦ ਜ਼ਾਹਿਰ ਕੀਤੀ ਸੀ ਅਤੇ ਆਪਣੇ 2 NBA ਸਟਾਰਸ ਨੂੰ ਵੀ ਯਾਦ ਕੀਤਾ। We knew we were going to have to play extraordinary basketball to get out of this group, and we had some extraordinary moments tonight. We just got to stretch them out a little bit and go from there. Just got to take it one game at a time. We got another pretty strong opponent next game in Lithuania. We just got to prepare for them. This game is done. Got to flush it and go on. Fatigue wasn't a factor at all. It was just execution. Fourth quarter, they kind of figured out our defense, and they hit those corner threes and those slot threes. Deladova and the other guys, so they kind of executed on that and they took advantage of it. ਬਾਸਕਟਬਾਲ ਦੇ ਇਹਨਾਂ ਮੈਚਾਂ ਵਿੱਚ ਅੱਗੇ ਰਹਿਣ ਵਾਲੀ 2 ਟੀਮਾਂ ਨੂੰ 2020 ਟੋਕੀਓ ਓਲੰਪਿਕਸ ਦੇ ਵਿੱਚ ਸਿੱਧੇ ਹੀ ਸ਼ਾਮਿਲ ਹੋਣ ਦਾ ਮੌਕਾ ਮਿਲੇਗਾ ਅਤੇ ਇਹ 2 ਮੈਚ ਹਾਰਨ ਤੋਂ ਬਾਅਦ ਕੈਨੇਡਾ ਨੇ ਇਹ ਪਹਿਲਾ ਮੌਕਾ ਗੁਆ ਦਿੱਤਾ ਹੈ। ਰੁਕਣਾ ਪਏਗਾ ਸਾਨੂੰ ਇੱਥੇ ਇੱਕ ਨਿੱਕੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਵਾਂਗੇ।